ਸੋ ਤੁਹਾਡਾ ਜਿਹੜਾ ਇਹ ਤਰਕ ਹੈ ਇਹ ਤਾਂ ਮੈਨੂੰ ਨਹੀਂ ਸਮਝ ਆਇਆ ਕਿ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਹੋ ਕਿ ਤੁਸੀਂ ਸਪਸ਼ਟ ਕਰ ਰਹੇ ਹੋ। ਪਰ ਤੁਹਾਨੂੰ ਸਪਸ਼ਟੀਕਰਨ ਦੇਣੇ ਪਏ ਆ ਨਾ, ਇਹਦਾ ਮਤਲਬ ਦੋਸ਼ ਅਸੀਂ ਨਹੀਂ ਲਾ ਰਹੇ, ਦੋਸ਼ ਤੁਹਾਡੇ ਤੇ ਪਹਿਲਾਂ ਲੱਗ ਚੁੱਕੇ ਆ। ਮੈਂ ਗੱਲ ਔਰ ਤੁਹਾਡੇ ਸਪਸ਼ਟੀਕਰਨ ਤੋਂ ਬਾਅਦ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ ਜੀ। ਇਹ ਨਾ ਹੋਵੇ ਕਿ ਇਹ ਇੱਕਦਮ ਆਪਣੇ ਆਪ ਨੂੰ ਜੇਲ੍ਹ 'ਚ ਬੰਦ ਕਰਵਾ ਦੇਣ ਟੋੜੇ ਤੇ ਬਾਦਲ ਵਾਂਗ। ਜਿੰਦਰ ਸਿੰਘ ਦੀਪ ਸਿੰਘ ਵਾਲਾ ਉੱਚੀ ਉੱਚੀ ਕਹਿ ਰਿਹਾ ਹੈ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਗਦਾਰ ਨੇ। ਜੇ ਇਹ ਯੂਨੀਅਨਾਂ ਅੱਜ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਤਾਂ ਕੀ ਸਾਡੇ ਤੇ ਨਹੀਂ ਆਉਂਦੀ ਇਹ ਗੱਲ ਕਿ ਤੁਸੀਂ ਕਿਉਂ ਚੁੱਪ ਬੈਠੇ ਸੀ? ਮੰਗ ਇਹ ਹੈ ਜਾਂ ਸਾਨੂੰ ਫੜੋ ਜਾਂ ਉਹਨਾਂ ਨੂੰ ਛੱਡੋ ਜਿਨ੍ਹਾਂ ਤੇ ਨਜਾਇਜ਼ ਕੇਸ ਪਾਏ ਨੇ, ਗਲਤ ਕੇਸ ਪਾਏ। 36 ਸਾਲ 'ਚ ਕਿਹੜਾ ਪੋਲੀਟੀਕਲ ਏਜੰਡਾ ਅਸੀਂ ਦਿੱਤਾ ਹੈ ਜਿਹਦੇ ਵਿੱਚ ਲੋਕਾਂ ਨੂੰ ਧੋਖਾ ਕੀਤਾ ਹੋਵੇ? ਟਰੈਕਟਰ ਕਿਹਨੇ ਬੁਲਾਏ ਸੀ? ਟਰੈਕਟਰ ਦੀਪ ਨੇ ਨਹੀਂ ਬੁਲਾਏ, ਟਰੈਕਟਰ ਲੱਖੇ ਨੇ ਨਹੀਂ ਬੁਲਾਏ, ਟਰੈਕਟਰ ਕਿਸੇ ਹੋਰ ਨੇ ਨਹੀਂ ਬੁਲਾਏ, ਟਰੈਕਟਰ ਬੁਲਾਏ ਨੇ ਕਿਸਾਨ ਯੂਨੀਅਨਾਂ ਨੇ। ਮਹਿਰਾਜ ਵਾਲੀ ਰੈਲੀ ਹੋ ਗਈ, ਇਹ ਇੱਕ ਅੱਡ ਐਨਾਲਿਸਿਸ ਹੈ, ਪਰ ਉਹ ਕਰਨੀ ਕਿਉਂ ਪਈ ਇਹ ਜ਼ਿਆਦਾ ਇੰਪੋਰਟੈਂਟ ਹੈ। ਆਹ ਲੱਖੇ ਨੇ ਇੱਕ ਨਾਰਾ ਮਾਰਿਆ, ਕੋਈ ਪੈਸਾ ਨਹੀਂ ਖਰਚ ਕੀਤਾ, ਕੋਈ ਉਹਦਾ ਰਾਜ ਨਹੀਂ ਭਾਗ ਨਹੀਂ ਹੈ, ਕੋਈ ਉਹਦਾ ਕੋਈ ਐਡਾ ਜਥੇਬੰਦਕ ਢਾਂਚਾ ਨਹੀਂ ਹੈ। ਮੈਂ ਸਪਸ਼ਟ ਕਰਨਾ ਬਾਰ-ਬਾਰ ਕਿ ਉਨੀ ਦੇਰ ਪਿੱਛੇ ਆ ਜਿੰਨੀ ਦੇਰ ਇਹਨਾਂ ਦੀ ਤੇ ਸਰਕਾਰ ਦੀ ਮੁੱਕਦੀ ਹੈ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਮੁੱਦਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ। ਕਰੰਟ ਮੁੱਦਾ ਇਹ ਹੈ, ਪੰਜਾਬ ਦੇ ਵਿੱਚ ਮਹਿਰਾਜ ਦੀ ਧਰਤੀ ਤੇ ਬਹੁਤ ਵੱਡੀ ਇੱਕ ਰੈਲੀ ਹੁੰਦੀ ਹੈ ਔਰ ਮੇਰੇ ਖਿਆਲ ਦੇ ਵਿੱਚ ਯੂਥ ਨੂੰ ਇੱਕ ਦਿਸ਼ਾ ਦੇਣ ਵਾਸਤੇ ਕਾਫੀ ਹੱਦ ਤੱਕ ਸੀ ਕਿ ਉਸ ਰੈਲੀ ਦੇ ਵਿੱਚ ਯੂਥ ਆਇਆ, ਕੁਝ ਡਿਲੀਵਰ ਹੋਵੇ, ਬੱਚਿਆਂ ਦੀ ਗੱਲਬਾਤ ਕੀਤੀ ਜਾਵੇ, ਪਰਚੇ ਜਿਹੜੇ ਨੇ ਰੱਦ ਹੋਣ, ਬੱਚੇ ਆਪੋ ਆਪਣੇ ਘਰਾਂ ਦੇ ਵਿੱਚ ਹੋਣ। ਕਾਫੀ ਵੱਡੀ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਉਸ ਰੈਲੀ ਦਾ ਪ੍ਰਭਾਵ ਵੀ ਵੇਖਣ ਨੂੰ ਮਿਲਿਆ ਕਈਆਂ ਬਿਆਨਾਂ ਦੇ ਵਿੱਚ, ਕਈਆਂ ਗੱਲਾਂ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇੱਕ ਆਮ ਕਰਕੇ ਗੱਲ ਉੱਠ ਕੇ ਸਾਹਮਣੇ ਆਈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਉਸੇ ਦਿਨ ਦਾ ਜਾਣਬੁੱਝ ਕੇ ਰੱਖਿਆ ਗਿਆ ਪ੍ਰੋਗਰਾਮ ਵੀ ਗ੍ਰਿਫਤਾਰੀਆਂ ਜਿਹੜੀਆਂ ਨੇ ਅਸੀਂ ਦੇਣੀਆਂ ਨੇ ਜੀ, ਦਿੱਲੀ ਦੀ ਧਰਤੀ ਤੇ ਸਾਡਾ ਜਥਾ ਜਾਵੇਗਾ, ਅਸੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪੜਾਵਾਂਗੇ। ਆਓ ਉਸ ਮੁੱਦੇ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ ਸਰਦਾਰ ਸਾਹਿਬ, ਜਿਹੜੇ ਅਕਸਰ ਕੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਤੁਹਾਡੇ ਰੂਬਰੂ ਹੁੰਦੇ ਨੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਇਸ ਮੁੱਦੇ ਦੀ ਜਾਣਕਾਰੀ ਲੈਂਦੇ ਹਾਂ ਕਿ ਇਹ ਦਿਨ ਅਚਨਚੇਤ ਇਕੱਠੇ ਹੋਏ ਜਾਂ ਇੱਕ ਵੱਖਰਤਾ ਵਾਸਤੇ ਇਹ ਪ੍ਰੋਗਰਾਮ ਲਿਖਿਆ ਗਿਆ, ਕਿਉਂਕਿ ਇਹਨਾਂ ਦੀ ਪਾਰਟੀ ਵੱਲੋਂ ਭਾਵੇਂ ਸਪਸ਼ਟੀਕਰਨ ਵੀ ਆਏ ਨੇ, ਪਰ ਜਾਣਦੇ ਹਾਂ ਇਸ ਪੂਰੇ ਮਾਮਲੇ ਬਾਰੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਗੱਲ ਕਰਦੇ ਹਾਂ ਕਿ ਸਾਰਾ ਜ਼ੋਰ ਪੰਜਾਬ ਦੇ ਯੂਥ ਦਾ ਲੱਗ ਗਿਆ ਕਿ ਆਪਾਂ ਬਠਿੰਡਾ ਦੀ ਧਰਤੀ ਦੇ ਉੱਪਰ, ਮਹਿਰਾਜ ਦੀ ਧਰਤੀ ਦੇ ਇੱਕ ਰੈਲੀ ਦਾ ਆਯੋਜਨ ਕੀਤਾ ਹੈ। ਨੌਜਵਾਨਾਂ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਾਂ ਨੋਟਿਸ ਆ ਰਹੇ ਨੇ ਜਾਂ ਕਿਤੇ ਬੱਚੇ ਸਾਡੇ ਅੰਦਰ ਨੇ, ਉਹਨਾਂ ਨੂੰ ਲੈ ਕੇ, ਔਰ ਉਸੇ ਦਿਨ ਹੀ ਤੁਹਾਡਾ ਪ੍ਰੋਗਰਾਮ ਲਿਖਿਆ ਜਾਂਦਾ ਆ ਵੀ ਅਸੀਂ ਗ੍ਰਿਫਤਾਰੀ ਜਥਾ ਭੇਜਾਂਗੇ, ਜਿਹੜੇ ਗ੍ਰਿਫਤਾਰੀਆਂ ਦੇਣਗੇ। ਇਹ ਪਹਿਲੀ ਗੱਲ ਵੀ ਇੱਕ ਡੇਟ ਇੱਕੇ ਦਿਨ ਹੀ ਕਿਉਂ ਹੋ ਜਾਂਦੀ ਹੈ, ਇਹਦਾ ਕਾਰਨ ਕੀ ਹੈ? ਅੱਗੇ ਵੀ ਤੁਹਾਡੇ ਨਾਲ ਇੱਕ ਦੋ ਵਾਰੀ ਐਸਾ ਹੋ ਗਿਆ ਵੀ ਤੁਹਾਡੀ ਡੇਟ ਜੋ ਪੰਥਕ ਮਾਮਲਾ ਰੱਖਿਆ ਹੁੰਦਾ ਉਹ ਡੇਟ ਇਕੱਠੀ ਜੀ ਹੋ ਜਾਂਦੀ ਹੈ। ਮਖੂ ਸਾਹਿਬ, ਜਿਹੜਾ ਤੁਸੀਂ ਇੱਕ ਤਾਂ ਮਹਿਰਾਜ ਵਾਲੀ ਰੈਲੀ ਦੀ ਗੱਲ ਕੀਤੀ ਹੈ ਤੇ ਦੂਜਾ ਅਕਾਲ ਤਖਤ ਸਾਹਿਬ ਤੋਂ ਸਾਡੀ ਪਾਰਟੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਖੁਦ ਇੱਕ ਜਥਾ ਤੋਰਿਆ ਹੈ, ਜਿਹਨੂੰ ਅਸੀਂ ਕਹਾਂਗੇ ਸਵੈ ਇੱਛਾ ਨਾਲ ਗ੍ਰਿਫਤਾਰੀਆਂ ਦੇਣ ਦਾ ਅਸੀਂ ਆਪਣੇ ਆਪ ਨੂੰ ਆਫਰ ਕੀਤਾ। ਕੱਲ ਪਰਸੋਂ 23 ਤਰੀਕ ਨੂੰ ਜਿਹੜਾ ਕੱਲ ਅਪੜਿਆ ਦਿੱਲੀ ਦੇ ਵਿੱਚ, ਉਹਦੇ ਬਾਰੇ ਤਾਂ ਮੈਂ ਇਹੀ ਕਹਿਣਾ ਕਿ ਹਰ ਸਾਲ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਜੀ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ। ਇਸ ਵਾਰ ਵੀ ਮਨਾਇਆ ਗਿਆ। ਉਸ ਇਕੱਠ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਫੈਸਲੇ ਨੂੰ 12 ਫਰਵਰੀ ਨੂੰ ਸੁਣਾ ਦਿੱਤਾ ਸੀ ਕਿ ਜੇਕਰ 10 ਦਿਨ ਦੇ ਅੰਦਰ ਅੰਦਰ ਸਰਕਾਰ ਨੇ ਝੂਠੇ ਕੇਸ ਵਾਪਸ ਲੈ ਕੇ ਮੁੰਡੇ ਜਾਂ ਕਿਸਾਨ ਜਾਂ ਜਿਹੜੇ ਵੀ ਬੱਚੇ ਬੱਚੀਆਂ ਫੜੇ ਹੋਏ ਨੇ ਉਹ ਨਾ ਰਿਹਾ ਕੀਤੇ ਤਾਂ ਅਸੀਂ ਅਗਲੇ ਦਿਨ ਤੋਂ ਜਥੇ ਤੋਰਨੇ ਸ਼ੁਰੂ ਕਰ ਦਾਂਗੇ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕਰ ਲਓ ਜਾਂ ਉਹਨਾਂ ਨੂੰ ਛੱਡ ਦਿਓ। ਠੀਕ ਹੈ। ਸੋ 12 ਤਰੀਕ ਵਾਲਾ ਜਿਹੜਾ ਖਬਰ ਸੀ ਉਹ 13 ਤਰੀਕ ਦੀ ਅਖਬਾਰ ਦੇ ਵਿੱਚ ਹਰ ਇੱਕ ਬੰਦਾ ਪੜ੍ਹ ਸਕਦਾ ਹੈ, ਸਾਡੀ ਫੇਸਬੁੱਕ ਤੇ ਪੜ੍ਹ ਸਕਦਾ ਹੈ, ਜਿੱਥੇ ਕਿਤੇ ਵੀ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਉਹ ਸੁਨੇਹਾ ਪਹੁੰਚਿਆ ਉੱਥੇ ਉਹ ਪੜ੍ਹਿਆ ਜਾ ਸਕਦਾ ਹੈ।
ਜੀ ਜਿਹੜੀ ਮਹਾਰਾਜ ਵਾਲੀ ਰੈਲੀ ਆ ਉੱਥੇ ਅਸੀਂ ਕੋਈ ਉਹਦੇ ਉਲਟ ਤਾਂ ਹੈ ਨਹੀਂ, ਕਿਉਂਕਿ ਮੈਂ ਖੁਦ ਪਾਰਟੀ ਦੇ ਹੁਕਮ ਮੁਤਾਬਕ ਉੱਥੇ ਜਾ ਕੇ ਬੋਲ ਕੇ ਆਇਆ ਜਿਹੜੀ ਮਹਾਰਾਜ ਹੋਈ ਹੈ ਜੀ। ਸੋ ਤੁਹਾਡਾ ਜਿਹੜਾ ਇਹ ਤਰਕ ਹੈ ਇਹ ਤਾਂ ਮੈਨੂੰ ਨਹੀਂ ਸਮਝ ਆਇਆ ਕਿ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਹੋ ਕਿ ਤੁਸੀਂ ਸਪਸ਼ਟ ਕਰ ਰਹੇ ਹੋ। ਪਰ ਤੁਹਾਨੂੰ ਸਪਸ਼ਟੀਕਰਨ ਦੇਣੇ ਪਏ ਆ ਨਾ, ਇਹਦਾ ਮਤਲਬ ਦੋਸ਼ ਅਸੀਂ ਨਹੀਂ ਲਾ ਰਹੇ, ਦੋਸ਼ ਤੁਹਾਡੇ ਤੇ ਪਹਿਲਾਂ ਲੱਗ ਚੁੱਕੇ ਆ। ਮੈਂ ਗੱਲ ਔਰ ਤੁਹਾਡੇ ਸਪਸ਼ਟੀਕਰਨ ਤੋਂ ਬਾਅਦ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ ਜੀ। ਬਿਲਕੁਲ ਤੁਹਾਡਾ ਹੱਕ ਬਣਦਾ ਹੈ, ਪਰ ਮੈਨੂੰ ਇਹ ਸਮਝ ਨਹੀਂ ਆਈ ਵੀ ਸਾਡੇ ਤੇ ਦੋਸ਼ ਕਿਉਂ ਲਾਇਆ ਜਾਂਦਾ ਹੈ ਜਦੋਂ 13 ਤਰੀਕ ਦੀਆਂ ਅਖਬਾਰਾਂ ਤੇ ਸੋਸ਼ਲ ਮੀਡੀਆ ਸਪਸ਼ਟ ਕਰ ਦਿੰਦਾ, 12 ਦੀ ਸ਼ਾਮ ਦਾ ਵੀ ਸਪਸ਼ਟ ਹੋ ਜਾਂਦਾ ਕਿ ਅਸੀਂ 10 ਦਿਨ ਦਾ ਟਾਈਮ ਦਿੱਤਾ ਹੈ। ਉਸ ਤੋਂ ਬਾਅਦ 16 ਤਰੀਕ ਨੂੰ ਸਾਡੀ ਮੀਟਿੰਗ ਹੁੰਦੀ ਹੈ, ਪ੍ਰੈਕਟੀਕਲੀ ਅਸੀਂ ਉਹ ਜਿਹੜਾ 10 ਦਿਨ ਦਾ ਕਿਹਾ ਉਹ ਕਿਵੇਂ ਪੂਰਾ ਕਰਾਂਗੇ ਅਸੀਂ ਜੀ। ਉਸੇ ਦਿਨ ਮੈਨੂੰ ਬਾਅਦ ਚ ਪਤਾ ਲੱਗਦਾ ਹੈ ਕਿ ਮਹਾਰਾਜ ਵਾਲੇ ਜਿਹੜੀ ਰੈਲੀ ਹੈ ਉਹਨਾਂ ਦੀ ਮੀਟਿੰਗ ਵੀ ਸਾਈਮਨਟੇਨੀਅਸਲੀ ਚੱਲ ਰਹੀ ਸੀ। ਉਸੇ ਸਮੇਂ ਅਸੀਂ ਕਰ ਰਹੇ ਸੀ, ਉਸੇ ਸਮੇਂ ਉਹ ਕਰ ਰਹੇ ਸੀ। ਉਹਨਾਂ ਵਿੱਚ ਵੀ ਸਾਡੇ 2 ਮੁੰਡੇ ਗਏ ਸੀ, ਪਰ ਉਹਨਾਂ ਨੂੰ ਅਸੀਂ ਨਹੀਂ ਪਤਾ ਕਿ ਅਸੀਂ ਕਿਹੜੀ ਤਰੀਕ ਮਿੱਥਣੀ ਹੈ, ਸਾਨੂੰ ਨਹੀਂ ਸੀ ਪਤਾ ਕਿ ਉਹ ਕਿਹੜੀ ਤਰੀਕ ਮਿੱਥ ਰਹੇ ਨੇ, ਨਾ ਹੀ ਸਾਨੂੰ ਪਤਾ ਸੀ ਉੱਥੇ ਮੀਟਿੰਗ ਹੋ ਰਹੀ ਹੈ, ਨਾ ਉਹਨਾਂ ਨੂੰ ਪਤਾ ਸੀ, ਕਿਉਂਕਿ ਇਹ ਪੀਏਸੀ ਦੀ ਮੀਟਿੰਗ ਸੀ। ਸੋ ਇਹ ਤਾਂ ਜਿਹੜਾ ਬੰਦਾ 16 ਤਰੀਕ ਨੂੰ ਮੀਟਿੰਗ ਕਰ ਰਿਹਾ ਹੈ ਉਹਨੇ 13 ਦੀਆਂ ਅਖਬਾਰਾਂ ਪੜ੍ਹੀਆਂ ਹੋਈਆਂ ਨੇ ਜੀ, ਪਰ ਕਿਉਂਕਿ ਉਹਨਾਂ ਦਾ ਬੱਚਿਆਂ ਦਾ ਤਜਰਬਾ ਘੱਟ ਹੈ ਤੇ ਸਮਾਂ ਐਸਾ ਚੱਲ ਰਿਹਾ ਹੈ ਕਿ ਉਹਨਾਂ ਨੂੰ ਸ਼ਾਇਦ 23 ਤਰੀਕ ਠੀਕ ਲੱਗੀ, ਆਪਣੇ ਪ੍ਰੋਗਰਾਮ ਮੁਤਾਬਕ ਉਹਨਾਂ ਨੇ ਰੱਖ ਲਈ। ਸਾਡੇ ਲਈ ਤਾਂ ਉਹ ਇੱਕ ਮਜਬੂਰੀ ਸੀ ਕਿ 12 ਤਰੀਕ ਨੂੰ ਸਾਡੇ ਪ੍ਰਧਾਨ ਸਾਹਿਬ ਨੇ ਪਾਰਟੀ ਦਾ ਏਜੰਡਾ ਪਬਲਿਕਲੀ ਡਿਕਲੇਅਰ ਕੀਤਾ ਸੀ ਜੀ, ਤੇ 22 ਤਰੀਕ ਨੂੰ ਉਹਦੇ 10 ਦਿਨ ਪੂਰੇ ਹੁੰਦੇ ਸੀ ਤੇ ਅਸੀਂ ਉਹ 23 ਰੱਖਣੀ ਹੀ ਸੀ। ਸਾਡੀ ਮਤਲਬ ਕਿ ਇੱਕ ਮਜਬੂਰੀ ਬਣ ਗਈ ਸੀ। ਸੋ ਉਹ ਗੱਲ ਕੋਈ ਨਹੀਂ, ਇਸੇ ਦਾ ਹੱਲ ਅਸੀਂ ਇਹ ਕੱਢਿਆ ਕਿ ਇੱਕ ਪਾਰਟੀ ਦਾ ਜਨਰਲ ਸਕੱਤਰ ਉੱਥੇ ਬੋਲੂਗਾ ਮਹਾਰਾਜ, ਤੇ ਦੂਜਾ ਜਨਰਲ ਸਕੱਤਰ ਸਰਦਾਰ ਗੁਰਸੇਵਕ ਸਿੰਘ ਜਵਾਰਕੇ, ਤੇ ਸਾਡੀ ਪਾਰਟੀ ਦੇ ਪੀਐਸਸੀ ਦੇ ਮੈਂਬਰ ਹਰਭਜਨ ਸਿੰਘ ਜੀ ਕਸ਼ਮੀਰੀ, ਬਾਲਿਆਂ ਵਾਲੀ ਸਾਡਾ ਬਠਿੰਡੇ ਦਾ ਪ੍ਰਧਾਨ ਪਾਰਟੀ ਦਾ, ਜਾਂ ਬਰਨਾਲੇ ਦਾ ਪ੍ਰਧਾਨ ਮੰਡੇਰ, ਇਹ ਸਾਰਿਆਂ ਦੀ ਡਿਊਟੀ ਲੱਗੀ ਕਿ ਤੁਸੀਂ ਜਿਹੜੇ ਨੇੜੇ ਇਲਾਕੇ ਵਾਲੇ ਹੋ ਉਹ ਮਹਾਰਾਜ ਜਾਓਗੇ ਜੀ। ਸੋ ਇਹ ਗੱਲ ਤੁਹਾਡਾ ਸਮਰਥਨ ਸੀ। ਮੇਰਾ ਲੱਖੇ ਜੀ ਨਾਲ ਉੱਥੇ ਸਟੇਜ ਤੇ ਬੈਠਿਆਂ ਵੀ ਇਹ ਗੱਲਬਾਤ ਹੋਈ ਸੀ ਕਿ ਇਹ ਤਰੀਕਾਂ ਦਾ ਆਪਾਂ ਨੂੰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ। ਉਹ ਕਹਿੰਦਾ ਅਸਲ 'ਚ ਮੈਂ ਮੁੰਡਿਆਂ ਨੂੰ ਕਹਿ ਦਾਂਗਾ ਵੀ ਹਰ ਇੱਕ ਚੀਜ਼ ਦਾ ਧਿਆਨ ਰੱਖ ਕੇ ਰੱਖਿਆ ਕਰੋ। ਇਹਨਾਂ ਨੇ ਰੱਖ ਲਿਆ, ਮੈਨੂੰ ਪਤਾ ਲੱਗ ਗਿਆ ਸੀ, ਪਰ ਉਦੋਂ ਪਤਾ ਲੱਗਿਆ ਜਦੋਂ ਇਹ ਕਹਿੰਦੇ ਅਸੀਂ ਹੁਣ ਤਾਂ ਐਡ ਬਹੁਤ ਕਰ ਚੁੱਕੇ ਹਾਂ। ਬੇਸ਼ੱਕ ਉਹਨਾਂ ਨੇ ਸੋਸ਼ਲ ਮੀਡੀਆ ਤੇ ਐਡ ਕੀਤੀ, ਇਹ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੇ ਕੋਈ ਇਸ਼ਤਿਹਾਰ ਨਹੀਂ ਦਿੱਤੇ ਪੈਸੇ ਖਰਚ ਕੇ, ਤੇ ਨਾ ਹੀ ਉਹਨਾਂ ਦੇ ਕੋਈ ਜਥੇਬੰਦਕ ਢਾਂਚਾ ਉਹਨਾਂ ਦਾ ਜੀ। ਉਹ ਤਾਂ ਇੱਕ ਆਪ ਮਹਾਰਾ ਨੌਜਵਾਨਾਂ ਦੀ ਜਿਹੜੀ ਸਵੈ ਇੱਛਾ ਸੀ ਕਿ ਜਿੱਥੇ ਲੱਖਾ ਜੀ ਬੁਲਾਉਣਗੇ ਅਸੀਂ ਜਾਵਾਂਗੇ, ਉਹ ਉਸ ਭਾਵਨਾ ਨਾਲ ਉੱਥੇ ਆਏ ਸੀ। ਸੋ ਮੈਂ ਤਾਂ ਇਹਨੂੰ ਇਹ ਕਹਿਣਾ ਕਿ ਸਾਡੇ ਦੋਹਾਂ ਧਿਰਾਂ ਦੀ ਜੇ ਗੱਲ ਕਰੀਏ, ਸਾਡੇ ਵਿੱਚ ਅੱਜ ਦੇ ਅੰਦੋਲਨ ਤੇ ਅੱਜ ਦੇ ਸਮੇਂ ਮੁਤਾਬਕ ਕਿਸੇ ਤਰ੍ਹਾਂ ਦਾ 1% ਵੀ ਵਖਰੇਵਾਂ ਨਹੀਂ ਹੈ। ਸੋ ਇਹ ਗੱਲ ਤਾਂ ਮੈਂ ਇਦਾਂ ਹੀ ਤੁਹਾਡੇ ਮੀਡੀਆ ਰਾਹੀਂ, ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਬੇਨਤੀ ਰੂਪ ਵਿੱਚ ਪਹੁੰਚਾ ਸਕਦਾ ਕਿ ਸਾਡੀਆਂ ਧਿਰਾਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਲੱਖਾ ਸਿਧਾਣਾ ਜੀ ਜਾਂ ਦੀਪ ਸਿੱਧੂ ਜੀ ਹੋਣ ਜਾਂ ਹੋਰ ਬੱਚੇ ਜਿਹੜੇ ਨਾਲ ਚੱਲ ਰਹੇ ਨੇ, ਸਾਡੇ 'ਚ ਕਿਸੇ ਤਰ੍ਹਾਂ ਦਾ ਕੋਈ ਮਨਮੁਟਾਵ ਨਹੀਂ ਹੈ। ਇੱਕ ਪਾਸੇ ਅਸੀਂ ਕਹਿੰਦੇ ਵੀ ਜਿਹੜੇ ਗ੍ਰਿਫਤਾਰ ਹੋਏ ਨੇ ਰਿਹਾ ਕਰੋ, ਦੂਜੇ ਪਾਸੇ ਅਸੀਂ ਖੁਦ ਗ੍ਰਿਫਤਾਰੀਆਂ ਦੇਣ ਜਾ ਰਹੇ ਹਾਂ। ਤੁਹਾਨੂੰ ਲੱਗਦਾ ਪਿਆ ਵੀ ਇਹ ਕਿਹੜੀ ਸਟ੍ਰੈਟਜੀ ਆ? ਤੁਹਾਡੀ ਪਾਰਟੀ ਦਾ ਕੋਈ ਤਾਂ ਏਜੰਡਾ ਹੋਏਗਾ ਵੀ ਇਹ ਤੁਸੀਂ ਕਿਵੇਂ, ਤੁਹਾਨੂੰ ਲੱਗਦਾ ਨਹੀਂ ਕਿ ਬਾਹਰ ਖੜ ਕੇ ਅੱਜ ਸਾਰੇ ਸਿਰਾਂ ਦੀ ਸਾਨੂੰ ਲੋੜ ਆ, ਮੋਰਚਿਆਂ ਵਿੱਚ ਸਾਨੂੰ ਸਿਰਾਂ ਦੀ ਲੋੜ ਆ? ਅਸੀਂ ਇੱਕ ਪਾਸੇ ਕਹਿ ਰਹੇ ਹਾਂ ਵੀ ਬੱਚੇ ਜਿਹੜੇ ਨੇ ਉਹ ਬਾਹਰ ਕਢਾਉਣੇ ਆ, ਉਹ ਸਾਡੀਆਂ ਬੱਚੀਆਂ ਬਜ਼ੁਰਗ ਸਾਰੇ ਬਾਹਰ ਕਢਾਉਣੇ ਆ, ਦੂਜੇ ਪਾਸੇ 'ਚ ਕਹਿ ਰਹੇ ਸਵੈ ਇੱਛਾ ਨਾਲ ਅਸੀਂ ਗ੍ਰਿਫਤਾਰੀਆਂ ਦੇ ਰਹੇ ਹਾਂ। ਇਹ ਤੁਹਾਨੂੰ ਲੱਗਦਾ ਪਿਆ ਵੀ ਇਹ ਕੀ ਚੱਲ ਕੀ ਰਿਹਾ ਹੈ? ਹਰ ਇੱਕ ਲੜਾਈ ਲੜਨ ਦੇ ਜਦੋਂ ਸਾਡੇ ਤੇ ਇੱਕ ਕਾਨੂੰਨ ਆਇਦ ਹੋ ਜਾਂਦਾ ਹੈ ਕਿ ਤੁਸੀਂ ਜੋ ਕਰਨਾ ਹੈ ਉਹ ਡੈਮੋਕ੍ਰੈਟਿਕਲੀ ਕਰਨਾ ਹੈ, ਭਾਵ ਕਿ ਕੋਈ ਐਸੀ ਗੱਲ ਨਾ ਕਰੋ ਜਿਹਦੇ ਨਾਲ ਦੁਸ਼ਮਣ ਨੂੰ, ਅੱਜ ਦੁਸ਼ਮਣ ਬਣੀ ਬੈਠੀ ਹੈ ਭਾਰਤ ਦੀ ਸਰਕਾਰ, ਦੁਸ਼ਮਣ ਨੂੰ ਮੌਕਾ ਮਿਲ ਜਵੇ ਤੁਹਾਡੀ ਜਵਾਨੀ ਖਤਮ ਕਰਨ ਦਾ। ਕਿਉਂਕਿ ਮੈਂ ਅੱਜ 59 ਸਾਲ ਦਾ ਹੋ ਗਿਆ ਤੇ ਮੈਂ 40 ਸਾਲ ਤੋਂ ਆਪਣੇ ਭਰਾਵਾਂ ਦੀ, ਆਪਣੇ ਬੱਚਿਆਂ ਦੀ, ਆਪਣੇ ਬਜ਼ੁਰਗਾਂ ਦੀ ਗੈਰ ਕਾਨੂੰਨੀ ਹਿਰਾਸਤ ਵੀ ਦੇਖ ਚੁੱਕਾ ਜੀ, ਤੇ ਬਹੁਤਿਆਂ ਦੇ ਫੇਕ ਐਨਕਾਊਂਟਰ ਵੀ ਦੇਖ ਚੁੱਕਾ, ਪੜ੍ਹ ਚੁੱਕਾ, ਉਹ ਅਲੱਗ ਹੈ, ਮੈਂ ਦੇਖ ਵੀ ਚੁੱਕਾ ਜੀ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਤੁਹਾਡੇ ਉੱਤੇ ਇੱਕ ਟੈਬੂ ਲੱਗ ਜਾਂਦਾ ਹੈ ਕਿ ਤੁਸੀਂ ਡੈਮੋਕ੍ਰੈਟਿਕ ਵੇ ਦੇ ਵਿੱਚ ਜਾਣਾ ਹੈ, ਤਾਂ ਤੁਸੀਂ ਬੈਠ ਕੇ ਸੋਚਦੇ ਹੋ ਕਿ ਕਿਵੇਂ
ਦੁਨੀਆ ਨੂੰ ਅਵੇਅਰ ਕਰਵਾਇਆ ਜਾਵੇ ਵੱਧ ਤੋਂ ਵੱਧ, ਤੇ ਕਿਵੇਂ ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਜਾਵੇ। ਉਹਦਾ ਪਹਿਲੀ ਸਟ੍ਰੈਟਜੀ ਅਸੀਂ ਕਿਉਂ ਅਖਤਿਆਰ ਕੀਤੀ, ਇਹ ਗ੍ਰਿਫਤਾਰੀਆਂ ਵਾਲੀ ਜੀ, ਜਿਹੜੀ ਸਾਡਾ ਹਰ ਹਫਤੇ ਜਾਊਗਾ, ਉਹ ਸਿਰਫ ਤੇ ਸਿਰਫ ਤਾਂ ਕੀਤੀ ਕਿ ਅੱਜ ਸਾਨੂੰ ਲੱਗ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਦੇ ਵਿੱਚ ਜਿਹੜੀ ਕਾਮਰੇਡੀ ਖੱਬੇ ਪੱਖੀ ਵਿਚਾਰਧਾਰਾ ਭਾਰੂ ਹੋਈ ਹੈ, ਉਹਦਾ ਬਹੁਤ ਜ਼ਿਆਦਾ ਨਜ਼ਦੀਕੀ ਰਿਸ਼ਤਾ ਬਣ ਗਿਆ ਹੈ ਬਾਹਮਣਵਾਦ ਦੇ ਨਾਲ। ਹੁਣ ਬਾਹਮਣਵਾਦ ਤਾਂ ਇਕੱਲਾ ਹੀ ਮਾਣ ਨਹੀਂ, ਇਸ ਦੇਸ਼ ਦੇ ਲੋਕਾਂ ਨੂੰ ਸਦੀਆਂ ਤੋਂ ਗੁਲਾਮ ਬਣਾਉਂਦਾ ਵੀ ਆਇਆ ਹੈ ਤੇ ਅੱਜ ਵੀ ਬਣਾਉਣਾ ਚਾਹੁੰਦਾ ਨਵੇਂ ਰੂਪ ਦੇ ਵਿੱਚ। ਤੇ ਜੇ ਕਾਮਰੇਡ ਸੋਚ ਵਾਲੇ ਲੋਕ ਉਹਨਾਂ ਦੀ ਉਲਟਾ ਇਸ ਬਦ ਨੀਤੀ ਦੇ ਵਿੱਚ ਮਦਦ ਕਰਨ ਤੇ ਆ ਜਾਣ ਤਾਂ ਸਾਨੂੰ ਵੀ ਤਾਂ ਕੁਝ ਕਰਨਾ ਪਏਗਾ। ਜੇਕਰ ਅਸੀਂ ਕੋਈ ਹੋਰ ਪੈਂਤੜਾ ਲੈਂਦੇ ਤਾਂ ਨਾਲ ਦੀ ਨਾਲ ਖਬਰ ਵਾਇਰਲ ਕਰ ਦੇਣੀ ਸੀ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਵੱਲੋਂ। ਜਿਵੇਂ ਤੁਸੀਂ ਸੁਣਿਆ ਹੋਊਗਾ ਕਿ 26 ਤਰੀਕ ਦਾ ਵਾਕਿਆ ਤੋਂ ਬਾਅਦ 27 ਤਰੀਕ ਸਵੇਰੇ ਜਦੋਂ ਸਟੇਜ ਲੱਗੀ ਹੈ 11 ਵਜੇ ਹੋਣਗੇ ਜਾਂ 11:30 ਵਜੇ ਹੋਣਗੇ, ਤਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉੱਚੀ ਉੱਚੀ ਕਹਿ ਰਿਹਾ ਹੈ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਗਦਾਰ ਨੇ। ਹੁਣ ਉਹ ਸਰਟੀਫਿਕੇਟ ਤਾਂ ਦੇ ਗਿਆ ਸਾਨੂੰ, ਭਾਵੇਂ ਉਹਨਾਂ ਦੇ ਸਰਟੀਫਿਕੇਟਾਂ ਦੀ ਨਾ ਉਹਨਾਂ ਨੂੰ ਪਰਵਾਹ ਹੈ, ਲੱਖੇ ਉਹਨਾਂ ਨੂੰ, ਦੀਪ ਨੂੰ, ਤੇ ਨਾ ਸਾਨੂੰ ਪਰਵਾਹ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਲੋਕ ਇਸ ਤਰ੍ਹਾਂ ਨਾਲ ਅੱਡ-ਅੱਡ ਸੋਚਾਂ ਦਾ ਕਿਤੇ ਸ਼ਿਕਾਰ ਨਾ ਹੋ ਜਾਣ। ਹਰ ਇੱਕ ਕੋਲ ਉਹਨਾਂ ਤਜਰਬਾ ਨਹੀਂ ਹੁੰਦਾ। ਜੇ ਅਸੀਂ ਕੋਈ ਹੋਰ ਪੈਂਤੜਾ ਅਖਤਿਆਰ ਕਰਦੇ, ਅੱਜ ਅਸੀਂ ਇਹ ਸੋਚਿਆ, ਤਾਂ ਕਿਸਾਨ ਯੂਨੀਅਨ ਦਾ ਲੀਡਰਾਂ ਨੇ ਕਹਿਣਾ ਸੀ ਇਹਨਾਂ ਨੇ ਇੰਟਰਫੇਅਰ ਕਰਕੇ ਸਾਡਾ ਜਿਹੜਾ ਸਰਕਾਰ ਨਾਲ ਗੱਲ ਚੱਲ ਰਹੀ ਹੈ ਉਹਦੇ ਵਿੱਚ ਤਾਰਪੀਡੋ ਕਰਨ ਲਈ ਇਹ ਲੋਕ ਆ ਗਏ। ਜਦ ਕਿ ਅਸੀਂ ਜੋ ਕਰ ਰਹੇ ਹਾਂ ਉਹ ਮਨੁੱਖੀ ਅਧਿਕਾਰਾਂ, ਅਸੀਂ ਕਹਿੰਦੇ ਹਾਂ ਕਿਸਾਨ ਯੂਨੀਅਨਾਂ ਗੱਲ ਕਰੀ ਜਾਣ ਜੀ। ਜਦੋਂ ਤੱਕ, ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਅੱਜ ਵੀ ਕਹਿਣਾ, ਜਦੋਂ ਤੱਕ ਇਹ ਸਰਕਾਰ ਨਾਲ ਕੋਈ ਸਿੱਟਾ ਕੱਢਣ ਵਾਲੀ ਗੱਲ ਨਹੀਂ ਕਰਦੇ ਵੀ ਆਹ ਮੁੱਕੀ ਹੈ ਕਿ ਆਹ ਮੁੱਕੀ ਹੈ ਜੀ, ਸਰਕਾਰ ਮੁਤਾਬਕ ਮੁੱਕੀ ਹੈ ਜਾਂ ਲੋਕਾਂ ਮੁਤਾਬਕ ਮੁੱਕੀ ਹੈ, ਉਨੀ ਦੇਰ ਤੱਕ ਅਸੀਂ ਇਹਨਾਂ ਦੇ ਕੰਮ ਵਿੱਚ, ਇਹਨਾਂ ਦੀਆਂ ਮੀਟਿੰਗਸ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਸੀ। ਪਰ ਅਸੀਂ ਇਹ ਵੀ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਈਮਨਟੇਨਸਲੀ ਉਸੇ ਹੀ ਸਮੇਂ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਹੁੰਦਾ ਰਹੇ। ਜੇ ਇਹ ਯੂਨੀਅਨਾਂ ਅੱਜ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਤਾਂ ਕੀ ਸਾਡੇ ਤੇ ਨਹੀਂ ਆਉਂਦੀ ਇਹ ਗੱਲ ਕਿ ਤੁਸੀਂ ਕਿਉਂ ਚੁੱਪ ਬੈਠੇ ਸੀ ਜੀ। ਸੋ ਅਸੀਂ ਉਸ ਸੋਚ ਦੇ ਨਾਲ ਬਿਨਾਂ ਇਹਨਾਂ ਦੇ ਕੰਮ 'ਚ ਇੰਟਰਫੇਅਰ ਕੀਤਿਆਂ ਮਨੁੱਖੀ, ਹੁਣ ਨੌਦੀਪ ਫੜ ਲਈ ਹੈ, ਦਿਸ਼ਾ ਰਵੀ ਕੁੜੀ 19 ਸਾਲ ਦੀ ਆ, 20 ਸਾਲ ਦੀ ਆ, ਉਹ ਫੜ ਲਈ ਹੈ। ਪਤਾ ਨਹੀਂ ਲੋਕਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਨਹੀਂ ਸਮਝ ਆ ਰਹੀ ਅਖਬਾਰਾਂ ਪੜ੍ਹ ਕੇ ਕਿ ਕਿਹੜੀ ਟੂਲ ਕਿਟ ਉਹਨੇ ਕਰਤੀ। ਲੋਕ ਜਦੋਂ ਟੂਲ ਕਿਟ ਦੀ ਗੱਲ ਚੱਲਦੇ ਨੇ ਉਹ ਕਹਿੰਦੇ ਕੋਈ ਥੈਲਾ ਹੋਣਾ, ਉਹਦੇ 'ਚ ਕੋਈ ਹਥਿਆਰ ਹੋਣੇ ਨੇ। ਉਹ ਤਾਂ ਉਹਨੇ ਇਸ਼ਤਿਹਾਰ ਦੱਸੇ ਨੇ ਵੀ ਕਿਹੜੇ ਰੇਲਵੇ ਸਟੇਸ਼ਨਾਂ ਤੇ ਖੜ ਕੇ, ਹਵਾਈ ਅੱਡਿਆਂ ਦੇ ਬਾਹਰ ਖੜ ਕੇ ਅਸੀਂ ਪ੍ਰਚਾਰ ਕਰ ਸਕਦੇ ਹਾਂ। ਇਹ ਟੂਲ ਨੇ ਸਾਡੇ ਕੋਲ ਆਪਣੀ ਗੱਲ ਕਹਿਣ ਦਾ, ਮਨੁੱਖੀ ਅਧਿਕਾਰਾਂ ਦੀ ਗੱਲ ਕਹਿਣ ਦਾ। ਜੇ ਉਹ ਬੱਚੀ ਵੀ ਫੜੀ ਜਾ ਸਕਦੀ ਹੈ, ਕੱਲ ਪਰਸੋਂ ਉਹਦੀ ਜ਼ਮਾਨਤ ਹੋਈ ਹੈ। ਜਦੋਂ ਸਾਰਾ ਕੁਝ ਜੱਜ ਸਾਹਿਬ ਨੇ ਸੁਣਿਆ, ਦਿੱਲੀ ਹਾਈ ਕੋਰਟ ਨੇ, ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਿਟੀਜ਼ਨ ਜਾਂ ਹਿਊਮਨ ਬੀਇੰਗ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਉਹ ਐਕਸਟ੍ਰੀਮਿਸਟ ਬਣ ਜਾਂਦਾ ਜੀ। ਕਿਉਂਕਿ ਦਿਸ਼ਾ ਰਵੀ ਦੇ ਸਬੰਧ ਵਿੱਚ ਇਹ ਗੱਲ ਕਹਿ ਚੁੱਕੇ ਸੀ ਉਹ ਸਰਕਾਰੀ ਧਿਰ ਕਿ ਇਹਦੇ ਵੀ ਖਾਲਿਸਤਾਨੀਆਂ ਨਾਲ ਲਿੰਕ ਨੇ ਜੀ। ਸੋ ਮਤਲਬ ਕਿ ਇਹਨਾਂ ਨੂੰ, ਇਹ ਲੰਮੀ ਗੱਲ ਹੈ, ਮੈਂ ਪਹਿਲਾਂ ਕਰ ਚੁੱਕਾ ਕਿ ਇਹਨਾਂ ਨੇ ਇੱਕ ਪਰਸੈਪਸ਼ਨ ਕਲੀਅਰ ਕਰ ਲਈ ਹੈ, ਲੋਕਾਂ ਦੇ ਮਨ 'ਚ ਇੱਕ ਡਰ ਗਲਤ ਤਰੀਕੇ ਨਾਲ ਪਾ ਦਿੱਤਾ ਹੈ ਕਿ ਜਿਹੜਾ ਖਾਲਿਸਤਾਨੀ ਹੈ ਜੀ ਉਹ ਅੱਤਵਾਦੀ ਹੈ। ਉਹ ਇੱਕ ਡੈਫੀਨੇਸ਼ਨ, ਮਨ ਘੜਤ ਡੈਫੀਨੇਸ਼ਨ ਲੋਕਾਂ ਦੇ ਮਨਾਂ 'ਚ ਬਿਠਾ ਦਿੱਤੀ ਹੈ, ਇੱਕ ਖਾਲਿਸਤਾਨੀ ਕਨੈਕਸ਼ਨ। ਹਾਂ, ਉਹ ਹੁਣ ਦਿਸ਼ਾ ਰਵੀ ਦਾ ਵੀ ਕਰਤਾ, ਉਹਨੂੰ ਪਤਾ ਵੀ ਨਹੀਂ, ਰਿਹਾਨਾ ਦਾ ਵੀ ਖਾਲਿਸਤਾਨੀ ਕਨੈਕਸ਼ਨ, ਰਿਹਾਨਾ ਵੀ ਕਨੈਕਸ਼ਨ ਹੋ ਗਈ। ਕੱਲ ਉਹਦੇ ਤੇ ਵੀ ਕੇਸ ਕਰ ਲਾ, ਜਿਹੜੀ ਉਹ ਗ੍ਰੇਟਾ ਬੇਟੀ ਹੈ। ਸੋ ਇਹ ਸਾਰੀਆਂ ਗੱਲ, ਨੌਦੀਪ ਹੈ, ਇਹ ਸਾਰੀਆਂ ਬੱਚਿਆਂ ਦੇ ਤੇ ਸਾਰੇ ਨੌਜਵਾਨਾਂ ਦੇ ਕੇਸ ਪਾਉਣੇ, ਈਵਨ ਕਿਸਾਨ ਯੂਨੀਅਨਾਂ ਦੇ ਉੱਤੇ ਜਿਹੜਾ ਕੇਸ ਪਿਆ ਨਾ, ਅਸੀਂ ਉਹਦੇ ਵੀ ਖਿਲਾਫ ਹਾਂ। ਉਹਨਾਂ ਨੇ ਵੀ ਕੋਈ ਇਹੋ ਜਿਹਾ ਨਹੀਂ ਕੀਤਾ ਕਿ ਉਹਨਾਂ ਤੇ ਦੇਸ਼ ਧਰੋਹੀ ਦਾ ਕੇਸ ਪੈ ਜਾਵੇ। ਸੋ ਇਹ ਸਾਰਾ, ਉਹ ਤਾਂ ਹੁਣ ਨਾ ਤਾਂ ਉਹਨਾਂ ਨੂੰ ਫੜਦੇ ਨੇ ਜੀ, ਅਸੀਂ ਨਹੀਂ ਕਹਿੰਦੇ ਕਿ ਫੜੇ ਜਾਣ, ਤੇ ਨਾ ਉਹ ਕੋਈ ਉਦਮ ਕਰ ਰਹੇ ਨੇ। ਉਹ ਤਾਂ ਸਰਕਾਰ ਨੂੰ ਈਮੇਲ ਵੀ ਨਹੀਂ ਕਰ ਰਹੇ, ਸਰਕਾਰੀ ਆਪਣਾ ਉਹ ਕੋਈ ਅਖਬਾਰੀ ਬਿਆਨ ਵੀ ਨਹੀਂ ਦੇ ਰਹੇ ਕਿ ਯਾਰ ਇਹ ਤੁਸੀਂ ਕਰ ਕੀ ਰਹੇ ਹੋ। ਤੁਸੀਂ ਇੱਕ ਪਾਸੇ ਤਾਂ ਸਰਕਾਰਾਂ ਸਾਡੇ ਨਾਲ ਬੈਠਦੀਆਂ ਨੇ, ਦੂਜੇ ਪਾਸੇ ਸਾਡੇ ਤੁਸੀਂ ਬੱਚੇ ਫੜ ਰਹੇ ਹੋ। ਸੋ ਇਹ ਗੱਲਾਂ ਜਿਹੜੀਆਂ ਸੀ, ਇਹਨਾਂ ਦੇ ਵਿੱਚ ਜਿੱਥੋਂ ਕਿਤੋਂ ਨਾ ਸ਼ੁਰੂਆਤ ਕਰਨੀ ਪੈਣੀ ਸੀ। ਉਹ ਸ਼ੁਰੂਆਤ ਅਸੀਂ ਸ਼ਾਂਤੀਪੂਰਨ ਸਵੈ ਇੱਛਾ ਵਾਲਾ ਜਥਾ ਭੇਜ ਕੇ ਕੀਤਾ। ਸਾਡੇ ਲਈ
ਜਿਹੜੀ ਰੈਲੀ ਹੈ ਮਹਾਰਾਜ ਵਾਲੀ ਜੀ ਉਹ ਵੀ ਪੂਰਨ ਤੌਰ ਤੇ ਇੰਪੋਰਟੈਂਟ ਹੈ ਤੇ ਅਸੀਂ ਜਿਹੜਾ ਜੱਥਾ ਤੋਰਿਆ ਉਹ ਵੀ ਸਾਡਾ ਅੱਗੇ ਲਗਾਤਾਰ ਇੱਕ ਪੜਾਅ ਹੈ। ਉਹ ਅਗਲੇ ਹਫਤੇ 2 ਜਾਂ 3 ਤਰੀਕ ਨੂੰ ਸਾਡੇ ਬਣਦੇ ਨੇ 7 ਦਿਨ, ਉਹ ਫਿਰ ਤੋਰਾਂਗੇ ਜੀ। 7 ਦਿਨ ਬਾਅਦ ਜੱਥਾ ਤੋਰਿਆ ਕਰਨਾ 7 ਦਿਨਾਂ ਬਾਅਦ ਫਿਲਹਾਲ ਜੋ ਪਾਰਟੀ ਦਾ ਫੈਸਲਾ ਹੈ ਉਹ 5 ਜਥੇਦਾਰ ਜਾਇਆ ਕਰਨਗੇ। ਇੱਕ ਜਥੇਦਾਰ ਦੀ ਕਮਾਂਡ ਹੇਠਾਂ, ਜਿਵੇਂ ਪਹਿਲਾ ਜੱਥਾ ਜਿਹੜਾ ਗਿਆ ਸੀ ਜੀ ਉਹ ਉਸ ਦਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ 'ਚ 4 ਬੰਦੇ ਉਹਦੇ ਨਾਲ ਗਏ ਸੀ ਜੀ। ਉਹਨਾਂ ਨੂੰ ਕੱਲ 6:30 ਵਜੇ ਗ੍ਰਿਫਤਾਰ ਕਰ ਲਿਆ ਗਿਆ ਪਾਰਲੀਮੈਂਟ ਦੇ ਬਾਹਰੋਂ ਤੇ 10:30 11 ਵਜੇ ਉਹਨਾਂ ਨੂੰ ਕਿਸੇ ਅਣਦੱਸੀ ਥਾਂ ਸਿੰਘੂ ਬਾਰਡਰ ਦੇ ਕੋਲ ਛੱਡ ਦਿੱਤਾ ਗਿਆ। ਤੇ ਮਤਲਬ ਕਹਿਣ ਤੋਂ ਹੁਣ ਸਰਕਾਰ ਦੇ ਮੂੰਹ 'ਚ ਕੋੜ ਕਿਰਲੀ ਹੈ ਜੀ। ਜੇ ਉਹ ਫੜਦੀ ਹੈ ਤਾਂ ਅਗਲਾ ਜਥਾ ਵੀ ਤਿਆਰ ਹੈ। ਇਹ ਤਾਂ ਪਾਰਟੀ ਦਾ ਫੈਸਲਾ ਹੋਊਗਾ ਕਿ ਅਗਲਾ ਜਥਾ 5 ਦਾ ਜਾਂਦਾ ਹੈ ਕਿ 500 ਦਾ ਜਾਂਦਾ ਹੈ। ਅਸੀਂ ਆਪਣੇ ਪੱਖ ਵਿਚਾਰ ਕੇ ਗੱਲ ਕਰਾਂਗੇ, ਪਰ ਸਰਕਾਰ ਇਸ ਗੱਲ ਤੋਂ ਘਬਰਾ ਗਈ ਕਿ ਜੇ ਇਹ ਮੂਵਮੈਂਟ ਬਣ ਗਈ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼ੁਰੂ ਕੀਤੀ ਹੈ ਤਾਂ ਕਿੰਨਾ ਕੁ ਨੂੰ ਗ੍ਰਿਫਤਾਰ ਕਰਾਂਗੇ। ਤੇ ਮੰਗ ਇਹ ਹੈ ਜਾਂ ਸਾਨੂੰ ਫੜੋ ਜਾਂ ਉਹਨਾਂ ਨੂੰ ਛੱਡੋ ਜਿਨ੍ਹਾਂ ਤੇ ਨਜਾਇਜ਼ ਕੇਸ ਪਾਏ ਨੇ, ਗਲਤ ਕੇਸ ਪਾਏ ਨੇ, ਚਾਹੇ ਉਹ ਦੀਪ ਸਿੱਧੂ ਹੈ, ਚਾਹੇ ਉਹ ਨਵਦੀਪ ਹੈ, ਚਾਹੇ ਉਹ ਦਿਸ਼ਾ ਹੈ, ਚਾਹੇ ਲੱਖਾ ਸਿਧਾਣਾ ਹੈ, ਤੇ ਚਾਹੇ ਕਿਸਾਨ ਲੀਡਰ ਨੇ, ਚਾਹੇ ਇਕਬਾਲ ਸਿੰਘ ਕਥਾਕਾਰ ਹੈ, ਚਾਹੇ ਜੰਮੂ ਤੋਂ ਇੱਕ ਪ੍ਰਚਾਰਕ ਫੜ ਕੇ ਲਿਆਂਦਾ ਹੈ। ਮਤਲਬ ਕੋਈ ਵੀ ਇਸ ਸੰਬੰਧ ਦੇ ਵਿੱਚ ਭਾਈ ਮਹਿੰਦਰ ਸਿੰਘ ਬਹੁਤ ਵਿਦਵਾਨ ਸੱਜਣ ਨੇ ਔਰ ਸੰਗਤ ਦੀ ਬੜੀ ਸੇਵਾ ਦੇ ਵਿੱਚ ਜਿਹੜਾ ਮੈਂ ਅਖਬਾਰਾਂ ਰਾਹੀਂ ਸੁਣਿਆ, ਤੁਸੀਂ ਪਰਸਨਲੀ ਜਾਣਦੇ ਹੋ, ਤੁਹਾਡਾ ਧੰਨਵਾਦ ਵੀ। ਉਹ ਤੇ ਇਹ ਸਾਰੇ ਜਿਹੜੇ ਹੋ ਸਕਦਾ ਮੈਂ ਕਈ ਨਾਂ ਨਾ ਲਏ ਹੋਣ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਵਿੱਚ ਨੇ। ਸਾਰੇ ਇਸ ਸੰਬੰਧ 'ਚ ਜਿੰਨੇ ਫੜੇ ਗਏ ਨੇ, ਇਹ ਸਾਡਾ ਦਾਅਵਾ ਹੈ ਕਿ ਉਹ ਸਿਰਫ ਪ੍ਰੈਸ਼ਰ ਟੈਕਟਿਕ ਹੈ। ਕੋਈ ਉਹਨਾਂ ਨੇ ਗੁਨਾਹ ਨਹੀਂ ਕੀਤਾ, ਗਲਤ ਕੇਸ ਪਾ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਦੇ ਅਗੇਂਸਟ ਆ ਅਸੀਂ ਜਿਹੜੇ ਸਾਡੇ ਜਿੱਥੇ ਜਾਣੇ ਸ਼ੁਰੂ ਹੋਏ ਨੇ ਜੀ। ਪਰ ਇਹਦੇ ਵਿੱਚ ਤੁਹਾਡਾ ਕੋਈ ਪੋਲੀਟੀਕਲ ਏਜੰਡਾ ਤੇ ਨਹੀਂ ਹੈ? ਪੋਲੀਟੀਕਲ ਪਾਰਟੀਆਂ ਦਾ ਮੈਂ ਕਹਿੰਦਾ ਸਾਡੇ ਤੇ ਕੋਈ ਬੰਦਿਸ਼ ਨਹੀਂ ਹੈ। ਜੇ ਅੱਜ ਨਹੀਂ ਆ ਕੱਲ ਹੋ ਵੀ ਸਕਦਾ ਹੈ, ਪਰ ਜਿਹੜਾ ਅੱਜ ਸੀਗਾ ਉਹ ਮੈਂ ਤੁਹਾਨੂੰ ਦੱਸਦਾ। ਜੇ ਸਾਡਾ ਪੋਲੀਟੀਕਲ ਏਜੰਡਾ ਹੋਏਗਾ ਵੀ ਤਾਂ ਇਹਦੇ 'ਚ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ? ਅਸੀਂ ਇਹ ਕਹਿ ਸਕਦੇ ਹਾਂ 36 ਸਾਲ 'ਚ ਕਿਹੜਾ ਪੋਲੀਟੀਕਲ ਏਜੰਡਾ ਅਸੀਂ ਦਿੱਤਾ ਹੈ ਜਿਹਦੇ ਵਿੱਚ ਲੋਕਾਂ ਨੂੰ ਧੋਖਾ ਕੀਤਾ ਹੋਵੇ, ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਾ ਕੀਤਾ ਹੋਵੇ, ਆਪਣੀ ਜ਼ੁਬਾਨ ਤੋਂ ਮੁੱਕਰ ਗਏ ਹੋਈਏ। ਜੇ ਇਹੋ ਜਿਹੀਆਂ ਗਲਤੀਆਂ ਅਸੀਂ ਕੀਤੀਆਂ ਹੋਣ ਫਿਰ ਤਾਂ ਸਾਡੇ ਤੇ ਇਹ ਰੋਕ ਲੱਗ ਸਕਦੀ ਹੈ, ਲੱਗਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਪੋਲੀਟੀਕਲ ਏਜੰਡੇ ਦੇ ਤਹਿਤ। ਸਾਡਾ ਪੋਲੀਟੀਕਲ ਏਜੰਡਾ ਹੀ ਇਹ ਹੈ, ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਉੱਪਰ ਚੁੱਪ ਨਹੀਂ ਬੈਠ ਸਕਦੇ। ਸਾਡਾ ਪੋਲੀਟੀਕਲ ਏਜੰਡਾ ਹੈ ਤੇ ਅਸੀਂ ਉਹ ਏਜੰਡਾ ਕਹਿੰਦੇ ਹਾਂ ਇੱਥੇ ਵੀ ਹੈਗਾ ਜੀ। ਸਾਡੇ ਏਜੰਡੇ ਜਿਹੜੇ ਨੇ ਨਾ ਉਹ ਮਨੁੱਖੀ ਅਧਿਕਾਰਾਂ ਨਾਲ ਸੰਬੰਧ ਰੱਖਦੇ। ਪਰ ਤੁਸੀਂ ਜਿਵੇਂ ਹੁਣ ਮੰਨ ਲਓ ਆਪਣੀ ਸਫਾਈ ਦੇ ਵਿੱਚ ਤੁਸੀਂ ਇਹ ਗੱਲ ਕਹਿ ਦਿੱਤੀ ਹੈ, ਐਜ਼ ਏ ਪੱਤਰਕਾਰ ਮੇਰਾ ਵੀ ਫਰਜ਼ ਬਣਦਾ ਤੁਹਾਨੂੰ ਪੁੱਛਣ ਦਾ ਜੀ ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਲੋਕ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਹੀ ਕੌਣ ਹੈ। ਅਸੀਂ ਇਹਨਾਂ ਨੂੰ ਸਹੀ ਕਹੀਏ ਵੀ ਜਿਹੜੇ ਗ੍ਰਿਫਤਾਰੀਆਂ ਦਿੰਦੇ ਪਏ ਨੇ, ਅਸੀਂ ਉਹਨਾਂ ਨੂੰ ਸਹੀ ਕਹੀਏ ਜਿਨ੍ਹਾਂ ਤੇ ਨਾਮ ਰੱਖੇ ਨੇ, ਅਸੀਂ ਉਹਨਾਂ ਨੂੰ ਸਹੀ ਕਹੀਏ ਜਿਹੜੇ ਸੰਯੁਕਤ ਮੋਰਚੇ ਦੇ ਵਿੱਚ ਨੇ। ਪੈਮਾਨਾ ਕੀ ਹੋਣਾ ਚਾਹੀਦਾ ਜਿੱਥੋਂ ਸਾਨੂੰ ਪਤਾ ਲੱਗੇ ਵੀ ਸਹੀ ਕੌਣ ਹੈ ਤੇ ਗਲਤ ਕੌਣ ਹੈ? ਇੰਨਾ ਸੌਖਾ ਨਹੀਂ ਹੁੰਦਾ ਸਰਕਾਰਾਂ ਦੇ ਨਾਲ ਟਕਰਾਉਣਾ। ਸਟੇਟ ਦੇ ਕੋਲ ਜਿਹਨੂੰ ਤੁਸੀਂ ਸਾਊ ਚਿਹਰੇ ਕਹਿੰਦੇ ਹੋ ਉਹ ਵੀ ਹੁੰਦੇ ਨੇ, ਉਹਨਾਂ ਹੀ ਉਹਨਾਂ ਕੋਲ ਖਤਰਨਾਕ ਚਿਹਰੇ ਵੀ ਹੁੰਦੇ ਨੇ, ਉਹਨਾਂ ਕੋਲ ਪਾਵਰ ਵੀ ਹੁੰਦੀ ਹੈ ਤੇ ਉਹਨਾਂ ਕੋਲ ਪੈਸਾ ਵੀ ਹੁੰਦਾ ਹੈ। ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਇੰਡੀਅਨ ਸਟੇਟ ਕੋਲ ਨਹੀਂ ਹੈ। ਇੰਡੀਅਨ ਸਟੇਟ ਇੱਕ ਐਟਮੀ ਪਾਵਰ ਹੈ। ਐਟਮੀ ਪਾਵਰ ਸਿਰਫ 6 ਜਾਂ 7 ਹੀ ਦੁਨੀਆ 'ਚ ਹੈਗੀਆਂ ਨੇ ਜੀ। ਇੰਨੀ ਵੱਡੀ ਸਟੇਟ ਦੇ ਨਾਲ ਜਦੋਂ ਤੁਸੀਂ ਟੱਕਰ ਲੈਣੀ ਹੈ ਨਾ, ਜਿਹੜਾ ਤੁਸੀਂ ਲਫ਼ਜ਼ ਕਿਹਾ ਮੈਂ 100% ਸਹਿਮਤ ਹਾਂ ਕਿ ਭੁਲੇਖੇ ਤਾਂ ਕ੍ਰੀਏਟ ਇਹ ਸਟੇਟ ਕਰ ਸਕਦੀ ਹੈ। ਪਰ ਦੁੱਖ ਉਦੋਂ ਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਅੰਦੋਲਨਕਾਰੀਆਂ ਦੇ ਲੀਡਰ ਬਣਾ ਕੇ ਭੇਜਿਆ, ਉਹ ਡਰੀ ਹੋਈ ਮਾਨਸਿਕਤਾ ਦੇ ਨਾਲ ਐਡੀ ਵੱਡੀ ਸਟੇਟ ਨਾਲ ਟੱਕਰ ਲੈਣ ਦਾ ਜੇਰਾ ਨਹੀਂ ਰੱਖਦੇ, ਉਲਟਾ ਉਹ ਭੁਲੇਖੇ ਕ੍ਰੀਏਟ ਕਰ ਰਹੇ ਨੇ। ਜੇ ਕਿਸਾਨ ਲੀਡਰਾਂ ਦੇ ਤੁਸੀਂ ਅੱਡ-ਅੱਡ ਦੇ ਬਿਆਨ ਇਕੱਤਰ ਕਰੋ, ਉਹਨਾਂ ਦੇ ਆਪਸ ਵਿੱਚ ਬਿਆਨ ਆਪਸ ਵਿੱਚ ਨਹੀਂ ਮਿਲਦੇ। ਜਿਹੜੇ 30 ਇਕੱਠੇ ਨੇ ਜਾਂ 40 ਇਕੱਠੇ ਜਾਂ 50 ਜਾਂ 250 ਨੇ, ਉਹ ਸਾਰੀ ਦਾਅਵੇ ਕਰਦੇ ਨੇ, ਪਰ ਉਹਨਾਂ ਨੇ ਅੱਜ ਤੱਕ ਇਹ ਨਹੀਂ ਕਲੀਅਰ ਕੀਤਾ ਕਿ ਅਸੀਂ ਸਰਕਾਰ ਦੀ ਦਿੱਤੀ ਰਿਲੈਕਸੇਸ਼ਨ ਮੰਨ ਕੇ ਤੁਹਾਡੀ ਗੱਲ ਕਰ ਲਾਂਗੇ। ਪਹਿਲਾਂ ਤਾਂ ਉਹ ਬਹੁਤ ਠੋਕਮਾ ਦਾਅਵਾ ਕਰਦੇ ਸੀ। ਤੁਸੀਂ ਇਹ ਦੇਖੋ ਕਿ ਅੱਜ ਉਹਨਾਂ ਦਾ ਦਾਅਵਾ ਵੀ ਉਹਨਾਂ ਠੋਕਮਾ ਨਹੀਂ ਹੈਗਾ ਵੀ 3 ਬਿੱਲ ਰੱਦ ਕਰਾ ਕੇ ਆਵਾਂਗੇ। ਜੇ ਉਹ 3 ਬਿੱਲ ਰੱਦ ਕਰਾ ਕੇ ਆਉਂਦੇ ਨੇ ਜਾਂ ਨਾਲ ਹੀ MSP ਨੂੰ ਗਰੰਟਡ ਕਰਦੇ ਨੇ ਕਾਨੂੰਨੀ ਤੌਰ ਤੇ, ਸਾਨੂੰ ਆਬਜੈਕਸ਼ਨ ਕੀ ਹੈ? ਫਿਰ ਭੁਲੇਖਾ ਹੀ ਕੋਈ ਨਹੀਂ, ਅਸੀਂ ਨਾਲ ਆ। ਅਸੀਂ ਤੁਸੀਂ ਮੇਰੀ ਜਿੰਨੇ ਵੀ ਮਿੰਟ ਮੈਨੂੰ ਮਿਲੇ ਰੈਲੀ ਦੇ ਉੱਪਰ, ਉਹਦੇ ਵਿੱਚ ਸਪਸ਼ਟ ਰੂਪ ਵਿੱਚ ਮੈਂ ਕਿਹਾ ਅਸੀਂ ਕਿਸਾਨ ਯੂਨੀਅਨਾਂ ਨੂੰ ਜੇ ਉਹ ਲੋਕਾਂ ਦੀ ਭਾਵਨਾ ਮੁਤਾਬਕ ਸਰਕਾਰ ਤੋਂ ਮੰਗ ਬਣਵਾ ਕੇ ਆਉਣਗੇ
ਤਾਂ ਗੁਲਾਬ ਦੇ ਹਾਰ ਸਾਡੀ ਪਾਰਟੀ ਸਭ ਤੋਂ ਪਹਿਲਾਂ ਪਾਊਗੀ। ਅਸੀਂ ਕੋਈ ਦੁਸ਼ਮਣ ਥੋੜੀ ਆ ਉਹਨਾਂ ਦੇ। ਅੱਛਾ। ਪਰ ਗੱਲ ਇਹ ਹੈ ਕਿ ਉਹ ਕਲੀਅਰ ਨਹੀਂ ਕਰ ਰਹੇ, ਉਹ ਉਲਟਾ ਅੱਜ ਸਰਕਾਰ ਦੇ ਵਿਰੋਧੀ ਨਹੀਂ ਹਨ। ਹਾਂ, ਦਿਸਦਾ ਕਿ ਉਹ ਇਹਨਾਂ ਬੱਚਿਆਂ ਦੇ ਵਿਰੋਧੀ ਹੋ ਗਏ, ਲੱਖੇ ਦੇ ਵਿਰੋਧੀ ਹੋ ਗਏ, ਦੀਪ ਦੇ ਵਿਰੋਧੀ ਹੋ ਗਏ, ਜਿਹੜੀਆਂ ਬੱਚੀਆਂ ਫੜੀਆਂ ਉਹਨਾਂ ਦੀ ਨਹੀਂ ਉਹ ਕਰ ਰਹੇ ਵਕਾਲਤ। ਦੇਖੋ ਵੋਲੰਟਰੀ ਜਥੇਬੰਦੀਆਂ, ਮੈਂ ਬੇਸ਼ੱਕ ਦਿੱਲੀ ਕਮੇਟੀ ਜਿਹੜੀ ਹੈਗੀ ਹੈ ਉਹਦੇ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ ਆ, ਪਰ ਅੱਜ ਜੋ ਉਹ ਕੰਮ ਕਰ ਰਹੇ ਨੇ ਇਸ ਘੜੀ ਦੇ ਵਿੱਚ ਮੈਂ ਉਹਦੇ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਵੀ ਕੋਈ ਜਥੇਬੰਦੀ ਜਿਹੜੀ ਆਪਣੀ ਕੰਟਰੀਬਿਊਸ਼ਨ ਜਿੰਨੇ ਸਮੇਂ ਲਈ ਕਰਦੀ ਹੈ, ਜੇ ਉਹ ਠੀਕ ਹੈ ਤਾਂ ਉਹਨੂੰ ਠੀਕ ਕਹਿਣਾ ਚਾਹੀਦਾ। ਇਹ ਜ਼ਿੰਮੇਵਾਰੀ ਵੀ ਦੁਸ਼ਮਣ ਦੇ ਵੀ ਚੰਗੇ ਕੰਮ ਨੂੰ ਮਾਨਤਾ ਦੇਣੀ ਚਾਹੀਦੀ ਹੈ, ਫਿਰ ਵੀ ਆਪਣੀਆਂ ਨੇ ਦੇਣੀ ਚਾਹੀਦੀ ਹੈ। ਦੇਖੋ ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਣੀ ਹੈ। ਮੇਰਾ ਗੁਰੂ ਲੋਕਾਂ ਨੂੰ ਸਾਨੂੰ ਸਿੱਖਿਆ ਦੇਣ ਵਾਸਤੇ ਜਹਾਂਗੀਰ ਆਪਣੀ ਕਿਤਾਬ 'ਚ ਲਿਖਦਾ ਤੁਜ਼ਕੇ ਜਹਾਂਗੀਰੀ ਦੇ ਵਿੱਚ ਜੀ ਕਿ ਮੈਂ ਅਰਜਨ ਨੂੰ ਉਹਦੀ ਭਾਸ਼ਾ ਹੈ ਜੀ, ਅਰਜਨ ਨੂੰ ਮਰਵਾਇਆ ਕਿਉਂਕਿ ਉਹ ਝੂਠ ਦੀ ਦੁਕਾਨ ਚਲਾ ਰਿਹਾ ਸੀ ਜੀ, ਜੋ ਰਿਸਰਚ ਹੋਈ ਹੈ। ਤੇ ਗੁਰੂ ਮਹਾਰਾਜ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਲਈ ਸਾਨੂੰ ਸਿਖਾ ਕੇ ਗਏ ਕਿ ਮੈਂ ਜਹਾਂਗੀਰ ਦੇ ਨਾਲ ਸਫ਼ਰ ਵੀ ਕੀਤਾ ਜੀ। ਸੋ ਮੈਂ ਸਿਰਸਾ ਤਾਂ ਖੈਰ ਉਹਨਾਂ ਸਾਡੇ ਉਲਟ ਹੈ ਹੀ ਨਹੀਂ ਜਿੰਨਾ ਜਹਾਂਗੀਰ ਸੀ, ਪਰ ਮੈਂ ਆਪਣੇ ਗੁਰੂ ਤੋਂ ਕੁਝ ਤਾਂ ਸਿੱਖ ਸਕਦਾ ਨਾ, ਤੇ ਸਿੱਖਣਾ ਵੀ ਗੁਰੂ ਤੋਂ ਹੀ ਹੈ। ਸੋ ਮੈਂ ਇਹ ਗੱਲ ਤਾਂ ਉਦਾਹਰਨ ਦਿੱਤੀ ਹੈ ਕਿ ਅੱਜ ਕਿਸਾਨ ਮੋਰਚੇ ਦੇ ਕੋਲ ਪੈਸਾ ਨਹੀਂ ਹੈ, ਕੀ ਉਹ ਇਹਨਾਂ ਦੀਆਂ ਜ਼ਮਾਨਤਾਂ ਵਾਸਤੇ ਬੌਂਡ ਨਹੀਂ ਭਰਾ ਸਕਦੇ, ਕੀ ਇਹ ਵਕੀਲਾਂ ਦੇ ਪੈਨਲ ਫਾਈਨਲ ਨਹੀਂ ਕਰ ਸਕਦੇ, ਕਿਤੇ ਜਾਣ ਦੀ ਲੋੜ ਨਹੀਂ, ਸੰਯੁਕਤ ਰਾਸ਼ਟਰ ਮੋਰਚੇ ਦੀ ਸਟੇਜ ਤੇ ਆਓ। ਇਹ ਗੱਲ 27 ਤਰੀਕ ਨੂੰ ਹੋ ਜਾਣੀ ਚਾਹੀਦੀ ਸੀ, 26 ਨੂੰ ਹੋਇਆ ਸਭ ਕੁਝ, ਮਹੀਨਾ ਹੋ ਗਿਆ। ਤੇ 1 ਮਹੀਨੇ ਬਾਅਦ ਜੇ ਉਹ ਕਹਿਣਗੇ ਕਿ ਅਸੀਂ ਠੇਕਾ ਨਹੀਂ ਲਿਆ, ਉਗਰਾਹਾਂ ਸਾਹਿਬ ਕਹਿਣਗੇ ਇਹਨਾਂ ਬੱਚਿਆਂ ਦਾ, ਤਾਂ ਲੱਖ ਲਾਹਨਤ ਇਹੋ ਜਿਹੇ ਲੀਡਰ ਨੂੰ ਜਿਹੜਾ ਆਪਣੇ ਬੁਲਾ ਕੇ ਟਰੈਕਟਰ ਕਿਹਨੇ ਬੁਲਾਏ ਸੀ? ਟਰੈਕਟਰ ਦੀਪ ਨੇ ਨਹੀਂ ਬੁਲਾਏ, ਟਰੈਕਟਰ ਲੱਖੇ ਨੇ ਨਹੀਂ ਬੁਲਾਏ, ਟਰੈਕਟਰ ਕਿਸੇ ਹੋਰ ਨੇ ਨਹੀਂ ਬੁਲਾਏ, ਟਰੈਕਟਰ ਬੁਲਾਏ ਨੇ ਕਿਸਾਨ ਯੂਨੀਅਨਾਂ ਨੇ। ਉਹਨੂੰ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਸੀ। ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਪੁਰਾਣੇ ਰਿੰਗ ਰੋਡ ਤੇ ਚੱਲਾਂਗੇ, ਉਹਨਾਂ ਨੇ ਵਾਅਦਾ ਤੋੜਿਆ ਤੇ ਲੋਕ ਆਪ ਮੁਹਾਰੇ ਹੋ ਗਏ। ਜਦੋਂ ਤੁਸੀਂ 1.5 ਮਹੀਨਾ ਇਹ ਗੱਲ ਕਹਿੰਦੇ ਰਹੋਗੇ ਵੀ ਹਾਂ ਅਸੀਂ ਪੁਰਾਣੀ ਰਿੰਗ ਰੋਡ ਤੇ ਚੱਲਾਂਗੇ, ਪੁਰਾਣੀ ਰਿੰਗ ਰੋਡ ਤੇ ਚੱਲਾਂਗੇ, ਤੇ 17 ਘੰਟੇ ਪਹਿਲਾਂ ਆ ਕੇ ਕਹਿ ਦੋਗੇ ਕਿ ਅਸੀਂ ਜੀ ਜੋ ਸਰਕਾਰ ਕਹੇਗੀ ਉਹਦੇ ਮੁਤਾਬਕ, ਸਰਕਾਰ ਤਾਂ ਕਹਿੰਦੇ ਜਾਓ ਘਰ, ਤੁਹਾਨੂੰ 1.5 ਸਾਲ ਲਈ ਕਰਤਾ, ਫਿਰ ਉਹ ਵੀ ਮੰਨ ਲਓ। ਸੋ ਇਹ ਸਾਰੀਆਂ ਸਰਕਾਰ ਨੇ ਫਿਰ ਬਿੱਲ ਵੀ ਦਿੱਤੇ ਨੇ। ਤੁਸੀਂ ਗ੍ਰਿਫਤਾਰੀਆਂ ਦੀ ਗੱਲ ਕੀਤੀ ਹੈ, ਨਾਲ ਹੀ ਤੁਸੀਂ ਰਾਮਪੁਰੇ ਮਹਾਰਾਜ ਵਾਲੇ ਰੈਲੀ ਦੀ ਗੱਲ ਕੀਤੀ ਹੈ ਜੀ। ਮਹਾਰਾਜ ਵਾਲੀ ਰੈਲੀ ਹੋ ਗਈ, ਇਹ ਇੱਕ ਅੱਡ ਐਨਾਲਿਸਿਸ ਹੈ, ਪਰ ਉਹ ਕਰਨੀ ਕਿਉਂ ਪਈ ਇਹ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ। ਲੱਖੇ ਨੇ ਜਾਂ ਉਹਦੇ ਸਾਥੀਆਂ ਨੇ ਪਹਿਲਾਂ ਕਿਉਂ ਨਹੀਂ ਸੋਚ ਲਿਆ ਵੀ ਅਸੀਂ ਰੈਲੀ ਕਰਾਂਗੇ? ਪਹਿਲਾਂ ਵੀ ਹਰਮਨ ਪਿਆਰਾ ਹੈ ਇਸੇ ਇਲਾਕੇ ਦੇ ਵਿੱਚ ਘੱਟੋ ਘੱਟ ਉਹਨੇ 10 ਵੱਡੀਆਂ ਰੈਲੀਆਂ 26 ਜਨਵਰੀ ਤੋਂ ਪਹਿਲਾਂ ਕੀਤੀਆਂ ਨੇ ਵੀ ਦਿੱਲੀ ਚਲੋ, ਕਿਉਂਕਿ ਕਿਸਾਨ ਲੀਡਰ ਕਹਿ ਰਹੇ ਨੇ ਦਿੱਲੀ ਆਓ। ਤੇ ਅੱਜ ਉਹਦੀ ਰੈਲੀ ਨੂੰ ਆਪੋਜ਼ਿਟ ਦੇ ਤੌਰ ਤੇ ਦੇਖਿਆ ਜਾਂਦਾ ਹੈ, ਕਿਉਂਕਿ ਨਿਕਲ ਗਈ ਹਵਾ ਕਿਸਾਨਾਂ ਦੀ ਕਿ ਉਹ ਕਹਿੰਦੇ ਇਹਨਾਂ ਮਗਰ ਤਾਂ ਕੋਈ ਹੈ ਹੀ ਨਹੀਂ ਜੀ। ਆਹ ਲੱਖੇ ਨੇ ਇੱਕ ਨਾਰਾ ਮਾਰਿਆ, ਕੋਈ ਪੈਸਾ ਨਹੀਂ ਖਰਚ ਕੀਤਾ, ਕੋਈ ਉਹਦਾ ਰਾਜ ਨਹੀਂ, ਭਾਗ ਨਹੀਂ ਹੈ, ਕੋਈ ਉਹਦਾ ਕੋਈ ਐਡਾ ਜਥੇਬੰਦਕ ਢਾਂਚਾ ਨਹੀਂ ਹੈ ਜਿਵੇਂ ਇਹ ਦਾਅਵਾ ਕਰਦੇ ਨੇ ਉਗਰਾਹਾਂ ਸਾਹਿਬ ਵੀ ਮੇਰੀਆਂ ਤਾਂ 1600 ਯੂਨਿਟਾਂ ਕੰਮ ਕਰਦੀਆਂ ਨੇ, ਕਰਦੀਆਂ ਹੋਣਗੀਆਂ, ਮੁਬਾਰਕ ਨੇ ਉਹਨਾਂ ਨੂੰ। ਪਰ ਜੇ ਲੱਖੇ ਦੇ ਕਹਿਣ ਤੇ ਅਸੀਂ ਤੇ ਹੋਰ ਸਾਰੇ ਉੱਥੇ ਚਲੇ ਗਏ ਤਾਂ ਉਹਦਾ ਗੱਲ ਇਹ ਹੈ ਕਿ ਜੇਕਰ ਇਹ ਲੋਕ, ਜੋ ਮੈਂ ਸਟੇਜ ਤੇ ਕਿਹਾ ਸੀ, ਮੈਂ ਉਹੀ ਲਫ਼ਜ਼ ਆਪ ਜੀ ਦੇ ਮਾਧਿਅਮ ਰਾਹੀਂ ਕਹਿ ਰਿਹਾ ਕਿ ਜੇਕਰ ਇਹ ਲੋਕ ਯੂਨੀਅਨਾਂ ਦੇ ਲੀਡਰ ਸਹਿਬਾਨ ਜਿਹੜੇ ਗੱਲ ਕਰਨ ਜਾਂਦੇ ਨੇ ਜੀ, ਜੇ ਇਹ 3 ਕਾਨੂੰਨ ਤੇ MSP ਦੀ ਗੱਲ ਨੂੰ ਛੱਡ ਕੇ ਕੁਝ ਹੋਰ ਗੱਲ ਮੰਨ ਕੇ ਵਾਪਸ ਆਉਂਦੇ ਨੇ ਤਾਂ ਲੋਕ ਨਹੀਂ ਚਾਹੁੰਦੇ ਅੱਜ ਇਹ। ਓਕੇ। ਇਹ ਵੀ ਤਾਂ ਕਹਿੰਦੇ ਅਸੀਂ ਲੋਕਾਂ ਦੀ ਭਾਵਨਾ ਨਾਲ ਆਏ ਆ, ਤਾਂ ਫਿਰ ਕੌਣ ਹੋਊਗਾ ਜਿਹੜਾ ਲੋਕਾਂ ਦੀ ਭਾਵਨਾ ਨੂੰ ਰਿਪਰੈਜ਼ੈਂਟ ਕਰਿਆ? ਕੀ ਅਸੀਂ ਸਾਡੇ ਜਿਹੜੇ ਅਕਾਲੀ ਸੀ ਪਹਿਲਾਂ ਜਾਂ ਕਾਂਗਰਸੀ ਸੀ ਜੀ, ਜਦੋਂ ਉਹ ਧੋਖੇ ਕਰ ਕਰਕੇ ਸਾਨੂੰ ਵਰਗਲਾਵ ਲਗਾ ਕੇ, ਝੂਠ ਬੋਲ ਕੇ, ਤਸ਼ੱਦਦ ਕਰਕੇ, ਲੋਲੀਪੌਪ ਦੇ ਕੇ ਸਾਨੂੰ ਅੱਜ 70 ਸਾਲ ਤੋਂ ਗੀਦੀ ਕਰਦੇ ਆ ਰਹੇ ਨੇ, ਕੀ ਅਸੀਂ ਅੱਜ ਵੀ ਮੰਨ ਜਾਈਏ? ਸਾਨੂੰ ਇਹ ਸ਼ੰਕਾ ਲੱਗਦਾ ਹੈ ਅੱਜ ਕਿਸਾਨ ਯੂਨੀਅਨ ਦਾ ਜੀ। ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਇੰਨਾ ਵੱਡਾ ਅੰਦੋਲਨ ਜਿਹੜਾ ਹੈ ਕਿਸੇ 1 ਜਾਂ 2 ਕਾਰਨਾਂ ਕਰਕੇ ਕਿਤੇ ਫੇਲ ਨਾ ਹੋ ਜੇ ਜੀ। ਇਸ ਸੋਚ ਨੂੰ ਲੈ ਕੇ ਤਾਂ ਅਸੀਂ ਕਹਿੰਦੇ ਅਸੀਂ ਤੁਹਾਡੇ ਪਿੱਛੇ ਹਾਂ। ਤੇ ਮੈਂ ਸਪਸ਼ਟ ਕਰਨਾ ਬਾਰ-ਬਾਰ ਕਿ ਉਨੀ ਦੇਰ ਪਿੱਛੇ ਆ ਜਿੰਨੀ ਦੇਰ ਇਹਨਾਂ ਦੀ ਤੇ ਸਰਕਾਰ ਦੀ ਮੁੱਕਦੀ ਨਹੀਂ ਜੀ। ਪਰ ਇਹ ਨਾ ਹੋਵੇ ਕਿ ਇਹ ਇੱਕਦਮ ਆਪਣੇ ਆਪ ਨੂੰ ਜੇਲ੍ਹ 'ਚ ਬੰਦ ਕਰਵਾ ਦੇਣ, ਟੋੜੇ ਤੇ ਬਾਦਲ ਵਾਂਗ ਜੀ, 84 ਤੋਂ ਬਾਅਦ ਲੋਂਗੋਵਾਲ ਵਾਂਗ, ਜਾਂ ਇਹ ਘਰਾਂ ਨੂੰ ਆ ਜਾਣ, ਜਾਂ ਇਹ ਵਿਦੇਸ਼ਾਂ ਨੂੰ ਹੋ ਕੇ ਸੈੱਟ ਹੋ ਜਾਣ
ਤੇ ਅਸੀਂ ਐ ਮੂੰਹ ਚੱਕ ਕੇ ਦੇਖਦੇ ਰਹੀਏ ਵੀ ਅਸੀਂ ਤਾਂ ਇੰਨੇ ਲੱਖ ਆਏ ਸੀ, ਅਸੀਂ ਤਾਂ 500 ਕਰੋੜ ਰੁਪਇਆ ਖਰਚ ਕਰਤਾ ਜੀ, ਸਿੱਖਾਂ ਦੀ ਬੱਲੇ ਬੱਲੇ ਹੋ ਗਈ ਜੀ, ਲੰਗਰ ਬਹੁਤ ਲਾਏ ਜੀ, ਇਹ ਕਹਿ ਕੇ ਤੇ ਘਰੇ ਆ ਕੇ ਆਪਣੀਆਂ ਨਸਲਾਂ ਤੋਂ ਵੀ ਆਪਣੀਆਂ ਫਸਲਾਂ ਤੋਂ ਵੀ ਜੀ ਬੇਇੱਜ਼ਤੀ ਕਰਾਂਦੇ ਫਿਰੀਏ। ਇਹਦੇ ਲਈ ਆ ਸੋਚ ਆਈ ਹੈ ਜਿਹੜੀ ਮਹਾਰਾਜ ਦੀ ਰੈਲੀ ਦੇ ਵਿੱਚੋਂ ਆਈ ਹੈ ਜੀ ਕਿ ਕੋਈ ਨਾ ਕੋਈ ਧਿਰ ਤਾਂ ਐਸੀ ਹੋਵੇ ਲੋਕਾਂ ਦੀ। ਇਹ ਇੱਕ ਪਰਖ ਵੀ ਹੋ ਗਈ ਜੀ ਕਿ ਲੋਕ ਕਹਿੰਦੇ ਅਸੀਂ ਸੋਚ ਦੇ ਨਾਲ ਜਾਗਰੂਕ ਹੋ ਕੇ ਚੱਲੇ ਹਾਂ, ਅਸੀਂ ਕੋਈ ਤੁਹਾਡੇ ਮੂੰਹ ਦੇਖ ਕੇ ਤੁਹਾਡੇ ਨਾਲ ਨਹੀਂ ਚੱਲੇ ਹਾਂ। ਕਿਸਾਨ ਲੀਡਰਾਂ ਨੂੰ ਇਹ ਗੱਲ ਕਹਿ ਰਹੇ ਨੇ ਮਹਾਰਾਜ ਦੀ ਕੁਝ ਰੈਲੀ। ਦਿਨ ਪਹਿਲਾਂ ਬਿਆਨ ਵੀ ਆਏ ਸੀ ਨਾ 5000 ਬੰਦਾ ਇਕੱਠਾ ਕਰਕੇ ਵਿਖਾਉਣ, 10000 ਬੰਦਾ ਚਲੋ ਫਿਰ ਇਕੱਠਾ ਉਹਨਾਂ ਨੂੰ ਤਾਂ ਸਿੱਧਾ ਹੀ ਜਵਾਬ ਮਿਲ ਗਿਆ। ਸਿੱਧਾ ਜਵਾਬ ਜੇਕਰ ਮਿਲ ਗਿਆ। ਇਹ ਕਹਿੰਦੇ ਨਾਲੇ ਇਸ ਹੋ- ਤਰ੍ਹਾਂ ਦੇ ਮਿਹਣੇ ਵੈਸੇ ਮੇਰੇ ਖਿਆਲ ਯੂਥ ਨਾਲ ਨਹੀਂ ਸੀ ਪੜਨੇ ਚਾਹੀਦੇ। ਬਿਲਕੁਲ। ਦੂਜਾ ਜਿਹੜੇ ਕਹਿੰਦੇ ਸੀ ਕਿ ਫੇਸਬੁੱਕ ਹੀ ਨੇ ਜੀ, ਇਹ ਸਾਰੇ ਫੇਸਬੁੱਕ ਹੀ ਨੇ, ਉਹ ਵੀ ਭੁਲੇਖਾ ਨਿਕਲ ਗਿਆ ਵੀ ਗਰਾਊਂਡ ਜ਼ੀਰੋ ਤੋਂ ਵੀ ਇਸ ਤਰੀਕੇ ਦਾ ਮਾਹੌਲ ਕਿਉਂਕਿ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਜਿਹੜੇ ਲੋਕ ਫੇਸਬੁੱਕ ਦੇ ਉੱਤੇ ਕਮੈਂਟਸ ਜਾਂ ਆਪਣੇ ਆਈਡੀਆਜ਼ ਦਿੰਦੇ ਨੇ ਉਹ ਰਿਐਲਿਟੀ ਤੌਰ ਤੇ ਸਰੀਰਕ ਤੌਰ ਤੇ ਵੀ ਆਉਂਦੇ ਨੇ। ਇਹ ਵੀ ਇਹਨਾਂ ਨੂੰ ਪਤਾ ਲੱਗ ਗਿਆ। ਜੀ